ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ। ਗਗਨ ਦਮਾਮਾ ਵਾਜਿਓ, ਭਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। सूरा सो पहचानिया दीन के हेतो। वाहिगुरु जी गुरु गरीब निवाज। गगन दमामा वाजो, भरियो निशाने घाओ। खेत जो मांडियो सूरमा, खेत जो मांडियो सूरमा, अब जूझन को दाओ। सूरा सो पहचानिया, सूरा सो पहचानिया। दीन के हेता आओ जी। जाको हर रंग लागो इस जोग में, सो कहियत है सूरा। आत्म जना सगल वसा है, जाका सदगुर पूरा। आओ पावन शब्द नाल जुड़िए भाई। जाको हर रंग लागो इस जुग में, जाको हर रंग लागो इस जुग में। जाको हर रंग लागो इस जुग में, जाको हर रंग लागो इस जुग में। जाको हर रंग लागो इस जुग में। सो कहियत है सूरा, कहियत है सूरा।
Sahib
ਕਰੀਤ ਜੂਰਾ ਜੋ ਕਰੀਤ ਜੂਰਾ ਵਾਹਿਗੁਰੂ 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 सतगुरां की साची और मर्जी गुरु प्यारी गुरु सवारी गुरु रूप साध संगत जीओ बड़भाग्यो संदन समय की हाजरी सतगुरु पातशाह महाराज जी के पावन चरणों के विच लवा रहे हो। स्वाओ चालीह साहिबजादियां की याद के विच अज का जो अपना सच्चे पातशाह कृपा सदका रात्रि का 6वां दीवान है। सो अमृत वेले नितनेम तो बाद सहज पाठ के भोग पा के 1 घंटा कथा कीर्तन की हाजरी भर के दीवाना की अपन समाप्ति कलम करांगे। सो बेनती है भाई गुरु सवारियो सतगुरां दे चरनां च बढ़ चढ़ के आपो अपनियां हाजरियां लगा के लाहे प्राप्त करो। सो बेनती है संगत नूं जो अजे तक सतगुरां दे पावन चरनां दे विच नहीं पहुंचे वो भाई सतगुरां दे चरनां च पहुंचो, हाजरी लवाओ। सो गुरु पातशाह महाराज कृपा करन रहमत करन सतगुरां दे जो भी आपां पावन इतिहास की विचार कर रहे हैं उस पावन इतिहासक पलां नूं अपनी जिंदगी दे विच चेते करके हमेशा गुरु साहब जी दी आपां गुरु प्यारिओ खुशियां प्राप्त करनी है ते अरदासां करनी है कि गरीब नवाज सतगुरु कलगीधर सच्चे पातशाह मेहर करियो बख्शिश करियो कि असीं भी आप जी दे पावन इतिहास दे नाल जुड़ के रब्बी आनंद नूं माणीए। सो गुरु सवारिओ आओ
ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾ ਲਈਏ। ਸਾਰੇ ਕਿਰਪਾ ਕਰੋ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੱਲ੍ਹ ਆਪ ਸੰਗਤਾਂ ਨੇ ਸਰਵਣ ਕੀਤਾ ਕਿ ਗੰਗੂ ਪੰਡਤ ਨੇ ਜੋ ਕਦੇ ਗੁਰੂ ਘਰ ਦਾ ਰਸੋਈਆ ਹੋਇਆ ਕਰਦਾ ਸੀ, ਮਾਤਾ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਦੇਖ ਕੇ ਉਹਦਾ ਮਾਣ ਹੈ ਜਿਹੜਾ ਲਾਲਚ ਵਿੱਚ ਆ ਗਿਆ। ਜਿਸ ਲਾਲਚ ਦੇ ਸਦਕਾ ਗੰਗੂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਮੁਗਲ ਹਕੂਮਤ ਦੇ ਗ੍ਰਿਫਤਾਰ ਕਰਾ ਦਿੱਤਾ ਤੇ ਸਤਿਗੁਰੂ ਜੀ ਦੇ ਲਾਲਾ ਜੀ ਤੇ ਮਾਤਾ ਜੀ ਨੂੰ ਖੇੜੀ ਤੋਂ ਮੁਰਿੰਡੇ ਲਿਆਂਦਾ ਗਿਆ ਤੇ ਮੁਰਿੰਡੇ ਤੋਂ ਸਾਧ ਸੰਗਤ ਜੀ ਕੱਲ੍ਹ ਦੇ ਨਾਲ ਸੰਗਤਾਂ ਨੇ ਸਰਵਣ ਕੀਤਾ ਕਿ 25 ਦਸੰਬਰ ਦੀ ਰਾਤ ਠੰਡੇ ਬੁਰਜ ਦੇ ਵਿੱਚ ਵਜ਼ੀਰ ਖਾਨ ਦੇ ਹੁਕਮ ਤੇ ਸਤਿਗੁਰੂ ਜੀ ਦੇ ਲਾਲਾ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਸੋ ਗੁਰੂ ਪਿਆਰਿਓ, ਅੱਜ ਠੰਡਾ ਬੁਰਜ ਹੈ, ਇਹ ਕਿਉਂ ਹੈ? ਕੱਲ ਆਪਾਂ ਵਿਚਾਰਿਆ ਸੀ ਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਇਸ ਠੰਡੇ ਬੁਰਜ ਦੇ ਲਾਗੇ ਦੀ ਇੱਕ ਨਦੀ ਲੰਘਿਆ ਕਰਦੀ ਸੀ, ਦਰਿਆ ਦੇ ਲਾਗੇ ਹੋਣ ਦੇ ਕਰਕੇ ਉਸ ਦੀਆਂ ਠੰਡੀਆਂ ਹਵਾਵਾਂ ਇਹ ਠੰਡੇ ਬੁਰਜ ਦੇ ਰਾਹੀਂ ਜਿਹੜਾ ਅੰਦਰ ਦੀ ਪੌੜੀਆਂ ਹੁੰਦੀਆਂ ਗੁਰਮੁਖ ਪਿਆਰਿਓ, ਉਹਦੇ ਵਿੱਚ ਦੀ ਹਵਾ ਛੋ ਕੇ ਉੱਪਰ ਨੂੰ ਜਾਂਦੀ। ਏਸੀ ਦੀ ਤਰ੍ਹਾਂ ਬਣਾਇਆ ਹੋਇਆ ਸੀ ਸਾਧ ਸੰਗਤ। ਤੇ ਗਰਮੀਆਂ ਦੇ ਵਿੱਚ ਜਿੱਥੇ ਸਾਧ ਸੰਗਤ ਜੀ ਠੰਡੀਆਂ ਹਵਾਵਾਂ ਛੋਹਦੀਆਂ ਸਨ, ਤੇ ਉੱਥੇ ਸਰਦੀਆਂ ਦੇ ਵਿੱਚ ਗੁਰੂ ਪਿਆਰਿਓ ਕਿੰਨੀ ਠੰਡ ਹੁੰਦੀ ਹੋਵੇਗੀ। ਉਸ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਤੇ ਬੱਚਿਆਂ ਨੂੰ ਕਹਿਣ ਦਾ ਭਾਵ ਮਾਤਾ ਜੀ ਤੇ ਪੋਤਰੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਉਹ ਠੰਡੇ ਬੁਰਜ ਦੀ ਠੰਡੀ ਫਰਸ਼ ਤੇ, ਨਾ ਕੋਈ ਥੱਲੇ ਕੰਬਲ ਹੈ ਤੇ ਨਾ ਕੋਈ ਉੱਪਰ ਲੈਣ ਨੂੰ ਕੋਈ ਰਜਾਈ ਹੈ। ਦਾਦੀ ਮਾਂ ਕੋਲੇ ਇੱਕ ਉਹ ਸ਼ੌਲ ਸੀ, ਜਿਸ ਸ਼ੌਲ ਦੀ ਬੁੱਕਲ ਦੇ ਵਿੱਚ ਗੁਰੂ ਪਿਆਰਿਓ ਮਾਤਾ ਜੀ ਨੇ ਬਾਣੀ ਦਾ ਸਹਾਰਾ ਲੈਂਦਿਆਂ ਬੱਚਿਆਂ ਨੂੰ ਕੋਲ ਬਿਠਾਇਆ, ਉਹਨਾਂ ਨੂੰ ਆਪਣੇ ਤਨ ਦਾ ਤਾਜ ਦਿੱਤਾ ਤੇ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਆਪਣੇ ਪੋਤਿਆਂ ਨੂੰ ਸਮਝਾਉਂਦੀ ਹੈ ਕਿ ਮੇਰਾ ਜ਼ੋਰਾਵਰ ਸਿੰਘ ਜੀ, ਮੇਰੇ ਫਤਿਹ ਸਿੰਘ ਜੀ, ਦੇਖਿਓ ਅੱਜ ਬੁਰਜ ਤੇ ਆਇਓ, ਕੱਲ ਨੂੰ ਪਤਾ ਨਹੀਂ ਕੀ ਭਾਣੇ ਵਾਪਰਨੇ ਆਏ। ਬਸ ਇੱਕ ਕੰਮ ਕਰਿਓ, ਤੁਸੀਂ ਭੁੱਲਿਓ ਨਾ ਕਿ ਤੁਹਾਡੀਆਂ ਰਗਾਂ ਵਿੱਚ ਦਵੀ ਤੇ ਬੈਠਣ ਵਾਲੇ ਦਾ ਖੂਨ ਚੱਲਦਾ ਪਿਆ ਹੈ। ਤੁਹਾਡੇ ਉੱਪਰ ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਦਾ ਛਾਇਆ ਹੈ। ਬਸ ਇੱਕ ਗੱਲ ਕਦੀ ਨਾ ਭੁੱਲੋ ਕਿ ਤੁਹਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ, ਆਖੋ ਸਤਿਨਾਮ। ਤੇ ਸਾਧ ਸੰਗਤ ਜੀ ਬਾਬਾ ਫਤਿਹ ਸਿੰਘ ਤੇ ਅੱਗੋਂ ਬੜੇ ਪਿਆਰ ਨਾਲ ਮੁਸਕਰਾ ਕੇ ਕਹਿੰਦੇ ਨੇ, ਦਾਦੀ ਮਾਂ ਤੂੰ ਦੇਖੀ ਬੁਰਜ ਉੱਤੇ ਖਲੋ ਕੇ ਕਦੀ ਪਤੀ ਦਾ ਸੀਸ ਦੇਖਿਆ ਸੀ, ਕਦੀ ਤੂੰ ਅਨੰਦਪੁਰੋਂ ਦੇਖਿਆ ਸੀ, ਅੱਜ ਤੂੰ ਸਾਨੂੰ ਦੇਖੀ। ਜੇ ਕਿਤੇ ਕਚਹਿਰੀ ਵਾਰ ਲੱਗੀ ਹੈ ਤਾਂ ਤੇਰਾ ਛੋਟਾ ਪੋਤਾ ਇਸ ਸੂਬੇ ਵਜ਼ੀਰ ਖਾਨ ਦਾ ਮੂੰਹ ਕਿਵੇਂ ਤੋੜਦਾ ਹੈ। ਸਾਰੀ ਰਾਤ ਗੁਰੂ ਦੇ ਭਾਣੇ ਵਿੱਚ ਲੰਘੀ ਤੇ ਆਪਣੀ ਗੋਦ ਵਿੱਚ ਦੋਨਾਂ ਪੋਤਰਿਆਂ ਦੇ ਮੂੰਹ ਨੂੰ ਲੈ ਲਿਆ ਤੇ ਆਪ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ।
ਤੇ ਸਾਧ ਸੰਗਤ ਜੀ, ਸਵੇਰੇ ਅੰਮ੍ਰਿਤ ਵੇਲੇ ਠੰਡ ਵਧੀ, ਮਾਤਾ ਗੁਜਰੀ ਜੀ ਉੱਠੀ, ਆਵਾਜ਼ ਦਿੱਤੀ, ਫਤਿਹ ਸਿੰਘ, ਜੋਰਾਵਰ ਸਿੰਘ ਜਾਗੋ, ਅੰਮ੍ਰਿਤ ਵੇਲਾ ਹੋ ਗਿਆ ਹੈ। ਅੰਮ੍ਰਿਤ ਵੇਲੇ ਉੱਠ ਕੇ ਸੀਨੇ ਨਾਲ ਲਾ ਕੇ ਮਸਤਕ ਚੁੰਮੇ ਤੇ ਚੌਂਕੜਾ ਮਾਰ ਕੇ ਸੁਚੇਤ ਕੀਤਾ, ਲਾਲ ਜੀ ਮੈਂ ਬਾਣੀ ਪੜਾਂਗੀ ਤੇ ਤੁਸੀਂ ਸੁਣੋ। ਉਸ ਬੁੱਢੜੀ ਮਾਂ ਨੇ ਬਾਣੀ ਪੜ੍ਹੀ ਤੇ ਦੋਨਾਂ ਪੋਤਿਆਂ ਨੇ ਸੁਣੀ। ਅਜੇ ਸੂਰਜ ਦੀ ਟਿੱਕੀ ਸਿਖਰ ਤੇ ਨਹੀਂ ਸੀ ਆਈ, ਥੋੜਾ ਜਿਹਾ ਨਿੱਘ ਮਹਿਸੂਸ ਹੋਣ ਲੱਗਾ। ਇੰਨੀ ਦੇਰ ਵਿੱਚ ਚੁਬਾਰੇ ਦੇ ਉੱਤੇ 4 ਪੈਰਾਂ ਦੀ ਆੜ ਸੁਣਾਈ ਦਿੱਤੀ। ਮਾਤਾ ਨੇ ਪਰਤ ਕੇ ਬੁਰਜ ਦੇ ਦਰਵਾਜ਼ੇ ਵੱਲ ਦੇਖਿਆ ਤਾਂ 2 ਸਿਪਾਹੀ ਉਹਨਾਂ ਦੇ ਲੱਕ ਨਾਲ ਕਿਰਪਾਨਾਂ, ਹੱਥ ਵਿੱਚ ਨੇਜੇ ਦੇਖੇ ਤੇ ਮਾਤਾ ਨੇ ਸੋਚਿਆ ਕਿ ਹੋਣੀ ਵਾਪਰਨ ਲੱਗੀ ਹੈ। ਕਹਿਣ ਲੱਗੇ, ਮਾਂ ਅਸੀਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ। ਗੁਰੂ ਸਵਾਰਿਓ, ਅੱਜ ਪਹਿਲਾ ਮੌਕਾ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਅਦ ਦੋਨਾਂ ਪੋਤਿਆਂ ਨੇ ਦਾਦੀ ਤੋਂ ਕੁਝ ਸਮੇਂ ਲਈ ਵੱਖਰੇ ਹੋਣਾ ਸੀ। ਆਖੋ ਸਤਨਾਮ। ਪਹਿਲੀ ਦਫਾ ਅੱਜ ਦਾਦੀ ਮਾਂ ਤੋਂ ਉਹਦੇ ਪੋਤਰੇ ਪਹਿਲੀ ਵਾਰੀ ਵੱਖਰੇ ਹੋ ਰਹੇ ਨੇ। ਕਹਿਣ ਲੱਗੀ, ਕਿਸ ਲਈ? ਉਹ ਕਹਿਣ ਲੱਗੇ, ਮਾਤਾ ਸੂਬੇ ਦੀ ਕਚਹਿਰੀ ਲੱਗੀ ਹੈ, ਅੱਜ ਇਹਨਾਂ ਦੀ ਪੇਸ਼ੀ ਹੈ। ਤਾਂ ਦਾਦੀ ਜੀ ਕਹਿਣ ਲੱਗੇ, ਮੇਰੇ ਪੋਤਰਿਆਂ ਨੇ ਕੋਈ ਕਸੂਰ ਨਹੀਂ ਕੀਤਾ, ਮੇਰੇ ਪੋਤਿਆਂ ਨੇ ਕੋਈ ਕਤਲ ਨਹੀਂ ਕੀਤਾ, ਮੇਰੇ ਪੋਤਿਆਂ ਨੇ ਕਿਸੇ ਦੇ ਘਰ ਨੂੰ ਲੁੱਟਿਆ ਨਹੀਂ, ਪੇਸ਼ੀ ਕਿਉਂ? ਕਹਿਣ ਲੱਗੇ, ਮਾਂ ਅਸੀਂ ਹਕੂਮਤ ਦੇ ਵਧੇ ਹਾਂ, ਪਤਾ ਨਹੀਂ ਕਿਉਂ। ਦੋਨੋਂ ਉੱਠੇ ਤੇ ਉਹਨਾਂ ਨੇ ਮੱਥਾ ਟੇਕਿਆ। ਤੁਰਦਿਆਂ ਫਤਿਹ ਸਿੰਘ ਨੇ ਘੁੱਟ ਕੇ ਗਲ ਬੱਕੜੀ ਪਾਈ ਤੇ ਕਿਹਾ, ਮਾਂ ਤੂੰ ਭਰੋਸਾ ਰੱਖੀ, ਅਸੀਂ ਤੇਰੇ ਪੋਤੇ ਹਾਂ, ਮਰ ਜਾਵਾਂਗੇ ਪਰ ਝੁਕਾਂਗੇ ਨਹੀਂ। ਆਖੋ ਸਤਨਾਮ। ਤੇ ਉਧਰ ਸਾਧ ਸੰਗਤ ਜੀ, ਬੇਨਤੀ ਹੈ ਭਾਈ ਜਵਾਬ ਨੂੰ ਕੰਟਰੋਲ ਕਰੋ, ਸਾਰੇ ਮਾਈ ਭਾਈ ਇਹਦੇ ਗਲੀ ਜਾ ਕੇ। ਬਾਕੀ ਸੰਗਤਾਂ ਨੂੰ ਬੇਨਤੀ ਹੈ ਭਾਈ ਅੱਖਾਂ ਬੰਦ ਕਰਕੇ ਥੋੜਾ ਜਿਹਾ ਧਿਆਨ ਲਾ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋ। ਇਤਿਹਾਸ ਹੈ, ਇਹ ਉਹ ਪਲ ਨੇ ਗੁਰੂ ਸਾਹਿਬ ਜੀ ਦੇ ਲਾਲਾਂ ਦੇ ਸਿਦਕ ਦੀ ਪਰਖਣ ਦੀ ਗੱਲ ਹੈ। ਗੁਰੂ ਪਿਆਰੇ ਸਿਦਕ ਤੇ ਕਿਵੇਂ ਅਡੋਲ ਰਹੇ। ਛੱਡ ਦਿਓ ਇਹਨੂੰ ਖੁੱਲਾ, ਛੱਡ ਦਿਓ, ਚੁੱਪ ਕਰਕੇ ਅੱਖਾਂ ਬੰਦ ਕਰਕੇ ਸਾਰੇ ਵਿੱਚ ਦੇਖੋ ਨਾ ਇਹਦੇ ਕਰੇ, ਬੇਨਤੀ ਹੈ। ਸੋ ਸਾਧ ਸੰਗਤ ਜੀ, ਇਧਰ ਸੂਬਾ ਸਰਹੰਦ ਬੈਠਾ ਹੈ, ਨਵਾਬ ਮਲੇਰਕੋਟਲੀਆ ਬੈਠਾ ਹੈ, ਸੁੱਚਾ ਨੰਦ ਵੀ ਬੈਠਾ ਹੈ। ਅੱਜ ਸਰਹੰਦ ਦੇ ਪਤਵੰਤੇ ਤੇ ਸੱਜਣ ਬੈਠੇ ਨੇ। ਜਦੋਂ ਗਏ ਤਾਂ ਸਾਧ ਸੰਗਤ ਜੀ, ਵੱਡਾ ਦਰਵਾਜ਼ਾ ਬੰਦ ਸੀ ਤੇ ਨਿੱਕੀ ਜਿਹੀ ਖਿੜਕੀ ਖੋਲੀ ਹੈ। ਇਸ ਦਾ ਮਤਲਬ ਸੀ ਕਿ ਝੁਕਣਗੇ ਤਾਂ ਇੱਕੋ ਦਮ ਤਾੜੀਆਂ ਮਾਰ ਕੇ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ। ਜਦ ਖਿੜਕੀ ਦੇ ਕੋਲ ਆਏ ਬਾਬਾ ਜੋਰਾਵਰ ਸਿੰਘ ਤਾਂ ਖਲੋ ਗਏ। ਸਿਪਾਹੀ ਕਹਿਣ ਲੱਗੇ, ਬੱਚਿਓ ਅੰਦਰ ਜਾ ਕੇ ਨਵਾਬ ਸਾਹਿਬ ਨੂੰ ਝੁਕ ਕੇ ਨਮਸਕਾਰ ਕਰਨੀ। ਬਾਬਾ ਜੋਰਾਵਰ ਸਿੰਘ ਕਹਿਣ ਲੱਗੇ, ਇੱਕ ਦਿਨ ਹੀ ਕੀਤਾ ਹੈ, ਪਰਤ ਕੇ ਅਸੀਂ ਕਦੀ ਝੁਕੇ ਨਹੀਂ। ਕਹਿਣ ਲੱਗੇ, ਗੁਰੂ ਨਾਨਕ ਦੇ ਚਰਨਾਂ ਵਿੱਚ ਇੱਕ ਦਿਨ ਬਾਪੂ ਨੇ ਸੀਸ ਭੇਟ ਕੀਤਾ ਸੀ,
ਪਰਤ ਕੇ ਸੀ ਸਿਰ ਝੁਕਾਇਆ ਨਹੀਂ। ਅੰਦਰ ਗਏ, ਉਹਨਾਂ ਨੇ ਖਿੜਕੀ ਵਿੱਚੋਂ ਸਿਰ ਨਹੀਂ, ਪਹਿਲਾਂ ਆਪਣੇ ਨਿੱਕੇ ਨਿੱਕੇ ਤਿੱਲੇ ਵਾਲੇ ਜਿਹੜੇ ਜੋੜੇ ਪਾਏ ਸਨ ਚਮਕਦੀ ਜੁੱਤੀ ਦਾ ਤਲਾ ਵਿਖਾਇਆ ਕਿ ਜੇਤੇ ਰੱਖੀ, ਤੇਰੇ ਸੁੱਖ ਨੂੰ ਅਸੀਂ ਜੁੱਤੀ ਦੀ ਨੋਕ ਨਾਲ ਠੁਕਰਾਵਾਂਗੇ। ਭਰੀ ਕਚਹਿਰੀ ਵਿੱਚ ਦੋਨੋਂ ਭਰਾ ਇੱਕ ਦੂਜੇ ਨੂੰ ਕਹਿਣ ਲੱਗੇ ਤੇ ਗੁਰੂ ਪਿਆਰਿਓ, ਕੋਈ ਰਾਮ ਨਹੀਂ, ਕੋਈ ਸਲਾਮ ਨਹੀਂ। ਗੱਜ ਵੱਜ ਕੇ ਇੱਕ ਉੱਚੀ ਗਰਜਵੀਂ ਆਵਾਜ਼ ਦੇ ਵਿੱਚ ਸਤਿਗੁਰੂ ਕੇ ਲਾਲ, ਉਹ ਲਾਲਾ ਫਤਿਹ ਦਾ ਜਗਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏਗਾ। ਲਾਲਾ ਫਤਿਹ ਦਾ ਜਗਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏਗਾ। ਗੱਜ ਕੇ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀ ਜਿਹੀ ਆਵਾਜ਼ ਨੇ ਕਚਹਿਰੀ ਗੁੰਜਾ ਦਿੱਤੀ। ਦੋ ਖਿਆਲ ਲਈ ਸਾਰੇ ਖਾਮੋਸ਼ ਹੋ ਗਏ। ਸਿਪਾਹੀ ਉੱਠਿਆ, ਕਹਿਣ ਲੱਗਾ, ਬੱਚਿਓ ਝੁਕ ਕੇ ਸਲਾਮ ਕਰੋ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਕਿਸ ਨੂੰ ਸਲਾਮ ਕਰੀਏ? ਕਹਿਣ ਲੱਗੇ, ਵਜ਼ੀਰ ਖਾਨ ਨੂੰ। ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਝੁਕੇ ਹਾਂ ਤੇ ਰੋਜ਼ ਝੁਕਦੇ ਹਾਂ। ਕਹਿੰਦੇ, ਕਿਸ ਅੱਗੇ? ਤਾਂ ਸਾਧ ਸੰਗਤ ਜੀ, ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਬੰਦਨਾ ਹਰ ਬੰਦਨਾ ਗੁਣ ਗੋਪਾਲ ਰਾਈ। ਕਹਿੰਦੇ, ਇਹ ਅਸੀਂ ਤਾਂ ਬੰਦਨਾ, ਅਸੀਂ ਤਾਂ ਨਮਸਕਾਰ, ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਕਰਦਿਆਂ ਤੇ ਕਹਿਣ ਲੱਗੇ ਹੈ,
ਇਸ ਹੈ ਮਾਨਤ ਸਤਿਗੁਰ ਦੀ, ਗੁਰਾਂ ਤੋਂ ਬਿਨਾ ਹੋਰ ਨਾ ਚੁਕੇ। ਸਿਰ ਹੈ ਮਾਨਤ ਗੁਰਾਂ ਦੀ, ਗੁਰਾਂ ਤੋਂ ਬਗੈਰ ਨਾ ਚੁਕੇ। ਸਿਰ ਹੈ ਮਾਨਤ ਸਤਿਗੁਰ ਦੀ, ਗੁਰ ਨਾ ਚੁਕੇ। ਸਿਰ ਹੈ ਮਾਨਤ ਸਤਿਗੁਰ ਦੀ, ਹੋਰ ਕਿਸੇ ਅੱਗੇ ਨਾ ਚੁਕੇ। ਕਿਸੇ ਵੀ ਹੋਰ ਨਾ ਚੁਕੇ। ਸਿਰ ਹੈ ਮਾਨਤ ਸਤਿਗੁਰ ਦੀ, ਕਿਸੇ ਵੀ ਹੋਰ ਨਾ ਚੁਕੇ। ਇਹ ਸਿਰ ਹੈ ਮਾਨਤ ਸਤਿਗੁਰ ਦੀ, ਹੋਰ ਕਿਸੇ ਅੱਗੇ ਨਾ ਚੁਕੇ। ਸਿਰ ਹੈ ਮਾਨਤ ਸਤਿਗੁਰ ਦੀ, ਹੋਰ ਕਿਸੇ ਅੱਗੇ ਨਾ ਚੁਕੇ। ਸਿਰ ਹੈ ਮਾਨਤ ਸਤਿਗੁਰ ਦੀ, ਕਿਸੇ ਵੀ ਹੋਰ ਨਾ ਚੁਕੇ। ਸਿਰ ਹੈ ਮਾਨਤ ਸਤਿਗੁਰ ਦੀ, ਕਿਸੇ ਵੀ ਹੋਰ ਨਾ ਚੁਕੇ। ਕਿਸੇ ਅੱਗੇ ਹੋਰ ਨਾ ਚੁਕੇ। ਹੋਰ ਅੱਗੇ ਜੀ ਨਾ ਇਸ ਵੇ, ਹੋਰ ਅੱਗੇ ਜੀ ਨਾ ਇਸ ਵੇ। ਕਿਸੇ ਅੱਗੇ ਜੀ ਹੋਰ ਨਾ ਚੁਕੇ। ਹੋਰ ਅੱਗੇ ਜੀ ਨਾ ਇਸ ਵੇ, ਹੋਰ ਅੱਗੇ ਜੀ ਨਾ ਇਸ ਵੇ। ਇਹ ਸਿਰ ਹੈ ਮਾਨਤ ਸਤਿਗੁਰ ਦੀ, ਕਿਸੇ ਅੱਗੇ ਹੋਰ ਨਾ ਚੁਕੇ। ਸਿਰ ਹੈ ਮਾਨਤ ਸਤਿਗੁਰ ਦੀ, ਹੋਰ ਅੱਗੇ ਕਿਸੇ ਨਾ ਚੁਕੇ। ਮਹਾਰਾਜ ਜੀ ਉਹ ਲਾਲ ਕਹਿੰਦੇ ਗੱਜ ਕੇ ਕਹਿੰਦੇ ਸੂਬਿਆ, ਇਹ ਸਿਰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਝੁਕ ਸਕਦਾ ਹੈ, ਇਹ ਕਿਸੇ ਹੋਰ ਅੱਗੇ ਨਹੀਂ ਝੁਕ ਸਕਦਾ। ਆਖੋ ਸਤਨਾਮ। ਅੱਗੋਂ ਵਜ਼ੀਰ ਖਾਂ ਬੋਲਿਆ, ਥੋੜੀ ਜਿਹੀ ਆਵਾਜ਼। ਵਜ਼ੀਰ ਖਾਂ ਬੋਲਿਆ, ਬੱਚਿਓ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਦੋ ਭਰਾ ਅਜੀਤ ਦੇ ਜੁਝਾਰ ਨੂੰ ਚਮਕੌਰ ਦੀ ਗੜੀ ਵਿੱਚ ਮਾਰ ਦਿੱਤਾ ਹੈ। ਬਾਬਾ ਜੋਰਾਵਰ ਸਿੰਘ ਬੋਲੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਤੂੰ ਸਾਡੇ ਪਿਤਾ ਦਾ ਮੁਕਾਬਲਾ ਕਰ ਜਾਏ। ਕੌਣ ਜੰਮਿਆ ਹੈ ਸਾਡੇ ਪਿਤਾ ਨੂੰ ਰੋਕ ਕੇ ਖਤਮ ਕਰਨ ਵਾਲਾ? ਸਾਡੇ ਭਰਾ ਮਰੇ ਨਹੀਂ, ਉਹ ਸ਼ਹੀਦ ਹੋਏ ਨੇ। ਆਖੋ ਸਤਨਾਮ। ਇੱਕ ਗੱਲ ਚੇਤੇ ਰੱਖੀ ਕਿ ਜੇ ਤੂੰ ਇਹ ਸੁਨੇਹਾ ਦਿੰਦਾ ਕਿ ਤੁਹਾਡੇ ਭਰਾ ਟੁਕੜੇ ਟੁਕੜੇ ਕਰਕੇ ਸ਼ਹੀਦ ਕਰ ਦਿੱਤੇ ਗਏ ਨੇ, ਤਾਂ ਤੈਨੂੰ ਅਸੀਂ ਵਧਾਈ ਦਿੰਦੇ ਹਾਂ। ਆਖੋ ਸਤਨਾਮ। ਅਸੀਂ ਤੈਨੂੰ ਵਧਾਈ ਦਿੰਦੇ ਹਾਂ ਕਿ ਤੂੰ ਘੱਟੋ ਘੱਟ ਉਹਨਾਂ ਮੁਬਾਰਕ ਸਰੀਰਾਂ ਨੂੰ ਦੇਖਿਆ ਹੈ ਜਿਹੜੇ ਸਰੀਰ ਧਰਮ ਯੁੱਧ ਵਿੱਚ ਜੂਝ ਕੇ ਸਾਈਂ ਦੇ ਘਰ ਵਿੱਚ ਪ੍ਰਵੇਸ਼ ਕਰ ਗਏ। ਆਖੋ ਸਤਨਾਮ। ਉਹਨਾਂ ਸੋਚਿਆ ਕਿ ਇਹਨਾਂ ਬੱਚਿਆਂ ਉੱਪਰ ਕੋਈ ਅਸਰ ਨਹੀਂ। ਉੱਥੇ ਆਇਆ ਸੀ ਨਵਾਬ ਮਲੇਰ ਕੋਟਲੀਆ।
ਡਾਕਟਰ ਗੰਡਾ ਸਿੰਘ ਨੇ ਇੱਕ ਗੱਲ ਲਿਖੀ ਹੈ ਕਿ ਉਹ ਕਹਿੰਦੇ ਹਨ ਕਿ ਉਸ ਦਾ ਭਰਾ ਨਾਰ ਖਾਂ ਜਿਸ ਨੇ ਪੌੜੀ ਲਾਈ ਸੀ, ਉਹ ਮਲੇਰਕੋਟਲੀ ਦਾ ਸਗਾ ਭਰਾ ਸੀ। ਇਹਨੂੰ ਭਾਈ ਬਾਹਰ ਲੈ ਕੇ ਲੈ ਜਾਓ। ਇਹ ਕਿਸ ਦਾ ਸਕਾ ਭਤੀਜਾ ਜਿਸ ਦਾ ਨਾਮ ਸੀ ਖਿਜਰ ਖਾਂ। ਕਹਿੰਦੇ ਹਨ ਦੋਨੋਂ ਚਮਕੌਰ ਦੀ ਗੜੀ ਵਿੱਚ ਨਾਰ ਖਾਂ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਖਤਮ ਹੋਇਆ ਸੀ ਤੇ ਉਸ ਦਾ ਭਤੀਜਾ ਰਣ ਦੱਤੇ ਵਿੱਚ ਗੁਰੂ ਦੇ ਸਾਹਿਬਜ਼ਾਦਿਆਂ ਨੇ ਮਾਰ ਦਿੱਤਾ ਸੀ। ਵਜ਼ੀਰ ਖਾਨ ਨੇ ਆਵਾਜ਼ ਦਿੱਤੀ, ਨਵਾਬ ਸਾਹਿਬ, ਕਿਉਂਕਿ ਹੁਣ ਸੂਬੇ ਦੀ ਤਾਂ ਕੋਈ ਪੇਸ਼ ਹੀ ਨਹੀਂ ਚੱਲਦੀ ਵੀ ਇਹਨਾਂ ਦਾ ਕੋਈ ਕਸੂਰ ਹੋਵੇ। ਗੁਰੂ ਸਵਾਰਿਓ, ਮੁਸਲਮਾਨੀ ਸਲਾਹ ਦੇ ਮੁਤਾਬਕ ਜੇ ਕਿਸੇ ਦੇ ਬਾਪ ਨੇ ਜਾਂ ਕਿਸੇ ਦੇ ਪੁੱਤ ਨੇ ਜਾਂ ਕਿਸੇ ਹੋਰ ਭੈਣ ਭਾਈ ਰਿਸ਼ਤੇਦਾਰ ਨੇ ਤੇ ਕਤਲ ਕਰ ਦਿੱਤਾ ਹੋਵੇ, ਕਤਲ ਕੀਤੇ ਪੁੱਤ ਦੇ ਪਿਓ ਨੂੰ ਨਹੀਂ ਫੜਦੇ। ਉਹ ਜਿਹਨੇ ਕਤਲ ਕੀਤਾ ਉਸੇ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਿਹੜਾ ਕਸੂਰਵਾਰ ਹੁੰਦਾ ਹੋਰ ਨਹੀਂ ਕਿਸੇ ਨੂੰ ਸਜ਼ਾ ਦਿੰਦੇ। ਪਰ ਆਪਣੇ ਦਾ ਕਾਨੂੰਨ ਹੈ ਜਿਹੜਾ ਉਲਟਾ, ਜਿਹਦਾ ਕਸੂਰ ਹੁੰਦਾ ਹੈ ਉਹ ਭੱਜ ਜਾਂਦਾ ਹੈ, ਮੁੜ ਕੇ ਉਹਦੇ ਮਾਂ ਪਿਓ ਨੂੰ ਚੱਕੀ ਫਿਰਦਾ ਹੈ। ਤੇ ਪਿੱਛੇ ਜਦੋਂ 84 ਦਾ ਭਾਣਾ ਵਾਪਰਿਆ 91, 92, 96 ਚ ਦੋਸ਼ੀ ਕੋਈ ਹੋਰ ਹੁੰਦਾ ਸੀ, ਫੜ ਕੇ ਸਾਰੇ ਪਰਿਵਾਰ ਨੂੰ ਲੈ ਜਾਂਦੇ ਸੀ। ਇਹ ਕਾਨੂੰਨ ਦੇ ਵਿੱਚ ਨਹੀਂ ਹੈ ਕਿ ਦੋਸ਼ੀ ਕੋਈ ਹੋਰ ਹੋਵੇ ਤੇ ਫੜਿਆ ਕੋਈ ਹੋਰ ਜਾਵੇ। ਹੁਣ ਸੂਬੇ ਦੀ ਪੇਸ਼ ਨਾ ਚੱਲੀ ਵੀ ਕਸੂਰਵਾਰ ਦਾ ਕੋਈ ਦਿਖਦਾ ਨਹੀਂ ਤੇ ਕਾਨੂੰਨ ਦੇ ਮੁਤਾਬਕ, ਮੁਸਲਮਾਨੀ ਸਲਾਹ ਦੇ ਮੁਤਾਬਕ ਇੱਕ ਕਿਸੇ ਬਜ਼ੁਰਗ ਨੂੰ ਨਹੀਂ ਸਜ਼ਾ ਦਿੱਤੀ ਜਾਂਦੀ। ਨੰਬਰ 2 ਤੇ ਕਿਸੇ ਬੱਚੇ ਨੂੰ ਨਹੀਂ ਸਜ਼ਾ ਦਿੱਤੀ ਜਾਂਦੀ। ਆਖੋ ਸਤਨਾਮ। ਹੁਣ ਇਹਦੇ ਹੱਥੋਂ ਇਹ ਖੇਡ ਹੈ ਜਿਹੜੀ ਹੁਣ ਇਹ ਨਿਕਲਦੀ ਜਾ ਰਹੀ ਹੈ। ਇਹਨੇ ਨਵਾਬ ਮਲੇਰਕੋਟਲੇ ਵੱਲ ਇਸ਼ਾਰਾ ਕੀਤਾ ਕਿ ਭਾਈ ਨਵਾਬ ਸਾਹਿਬ, ਇਹ ਉਸ ਗੋਬਿੰਦ ਸਿੰਘ ਦੇ ਪੁੱਤਰ ਹੈ ਜਿਸ ਗੋਬਿੰਦ ਸਿੰਘ ਨੇ ਤੁਹਾਡੇ ਭਰਾ ਨਾਰ ਖਾਂ ਨੂੰ ਮਾਰਿਆ ਸੀ ਤੇ ਇੱਕ ਸਕਾ ਭਤੀਜਾ ਤੁਹਾਡਾ ਖੇਜਰ ਖਾਂ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਖਤਮ ਕੀਤਾ ਸੀ, ਉਸ ਦਾ ਭਤੀਜਾ ਰਣ ਦੱਤੇ ਵਿੱਚ ਗੁਰੂ ਕੇ ਸਾਹਿਬਜ਼ਾਦਿਆਂ ਨੇ ਮਾਰ ਦਿੱਤਾ ਸੀ। ਵਜ਼ੀਰ ਖਾਨ ਨੇ ਆਵਾਜ਼ ਦਿੱਤੀ, ਨਵਾਬ ਸਾਹਿਬ, ਤੁਹਾਡੇ ਭਰਾ ਤੇ ਤੁਹਾਡੇ ਭਤੀਜੇ ਨੂੰ ਇਹਨਾਂ ਦੇ ਭਰਾਵਾਂ ਨੇ, ਇਹਨਾਂ ਦੇ ਬਾਪ ਨੇ ਮਾਰਿਆ ਹੈ। ਅੱਜ ਮੌਕਾ ਹੈ, ਉਸ ਲਈ ਬਦਲਾ ਲੈ ਲਓ। ਇੱਕ ਬੰਦਾ ਕੇਵਲ ਉੱਠਿਆ ਸੀ ਭਰੀ ਕਚਹਿਰੀ ਵਿੱਚ, ਉਹ ਕਹਿਣ ਲੱਗਿਆ ਕਿ ਚੇਤੇ ਰੱਖੀ, ਬਾਪ ਮਿਲੇਗਾ ਤਾਂ ਟੱਕਰ ਜ਼ਰੂਰ ਲਵਾਂਗਾ, ਪਰ ਮੈਂ ਖੁਦਾ ਅੱਗੇ ਬੇਨਤੀ ਕਰਾਂਗਾ ਕਿ ਰੱਬ ਕਿਰਪਾ ਕਰੇ ਮੈਨੂੰ ਇਸ ਪਾਪ ਤੋਂ ਮਹਿਫੂਜ਼ ਰੱਖੇ। तो उसने कहा, खान साहब इन्ने दलेर हो कि तुसी घबरा गए। नवाब मलेरकोटला कहन लग्या, मैं दलेर हाँ, गुरु गोबिंद सिंह मिलेगा तो टक्कर लवांगा, कोई तेरे वर्गा बुजदल नहीं। इन्हां बच्चों की जबान तो निकली सच की चंगियाड़ी देख के तू झुक जा, क्योंकि इन्हां नूं खत्म करना ਅੱਤ ਦਾ ਜ਼ੁਲਮ ਹੈ। ਤੇ ਸਾਧ ਸੰਗਤ ਜੀ, ਉਹਨੇ ਫਿਰ ਇੱਥੇ ਹਾਂ ਦਾ ਨਾਰਾ ਮਾਰਿਆ ਸੀ ਤੇ ਕੀ ਕਹਿੰਦਾ ਸੀਗਾ,
ਓਏ ਨਾ ਬੱਚਿਆਂ ਤੇ ਗੈਰ ਨਾ ਕਮਾਵੀ ਸੂਬਿਆ ਏ ਨਾ ਬੱਚਿਆਂ ਤੇ ਨਾ ਬੱਚਿਆਂ ਤੇ ਗੈਰ ਨਾ ਕਮਾਵੀ ਸੂਬਿਆ ਏ ਨਾ ਬੱਚਿਆਂ ਗੈਰ ਨਾ ਕਮਾਵੇ ਸੂਬਿਆ ਓਏ ਨਾ ਬੱਚਿਆਂ ਗੈਰ ਨਾ ਬਚਾਈ ਸੂਬਿਆ ਓਏ ਨਾ ਬੱਚਿਆਂ ਕਹਿੰਦਾ ਇਹ ਬੇਦੋਸ਼ੇ ਬੱਚੇ ਨੇ ਓਏ ਇਹਨਾਂ ਤੇ ਕਿਉਂ ਕਹਿਰ ਕਮਾਉਣਾ ਹੈ। ਸਾਧ ਸੰਗਤ ਜੀ ਇਹਨੇ ਦੇਰ ਨੂੰ ਸੋਚਾ ਆਨੰਦ ਉੱਠਿਆ। ਤੇ ਸਾਧ ਸੰਗਤ ਜੀ ਕਹਿੰਦਾ ਹੈ ਕਿ ਇਹਨਾਂ ਨੂੰ ਮਾਰਨਾ, ਇਹਨਾਂ ਨੂੰ ਖੋਹ ਕੇ ਸ਼ਹੀਦ ਕਰਨਾ ਅੱਤ ਦਾ ਪਾਪ ਹੈ। ਮਲੇਰ ਕੋਟਲਾ ਕਹਿੰਦਾ ਹੈ। ਤੇ ਸੋਚਾ ਆਨੰਦ ਉੱਠਿਆ ਤੇ ਕਹਿਣ ਲੱਗਿਆ, ਨਵਾਬ ਸਾਹਿਬ ਕਦੀ ਇਹਨਾਂ ਦੀ ਗੱਲ ਵਿੱਚ ਨਾ ਆਇਓ। ਕੋਲ ਜਾ ਕੇ ਕਹਿੰਦਾ, ਬੱਚਿਓ ਜੇ ਤੁਹਾਨੂੰ ਛੱਡ ਦੇਈਏ ਤਾਂ ਫਿਰ ਕੀ ਕਰੋਗੇ। ਹੁਣ ਸਤਿਗੁਰੂ ਜੀ ਕੇ ਲਾਲ ਕਹਿੰਦੇ ਆ, ਦਾਦੀ ਮਾਂ ਦੇ ਨਾਲ ਜਾਵਾਂਗੇ, ਜੰਗਲ ਵਿੱਚ ਬਾਪੂ ਨੂੰ ਲੱਭਾਂਗੇ, ਜਿੱਥੇ ਪਿਤਾ ਮਿਲੇਗਾ ਆਪਣੇ ਖਿੰਡੇ ਪੁੰਡੇ ਸਿੱਖ ਇਕੱਠੇ ਕਰਾਂਗੇ ਤੇ ਫਿਰ ਅਸੀਂ ਸ਼ਾਸਤਰ ਧਾਰਨ ਕਰਕੇ ਸਰਹੰਦ ਆਵਾਂਗੇ। ਪੁੱਛਿਆ ਕਿਉਂ? ਕਹਿਣ ਲੱਗੇ ਤੇਰੇ ਇਸ ਸੂਬੇ ਦੇ 2 ਟੁਕੜੇ ਕਰਾਂਗੇ। ਆਖੋ ਸਤਨਾਮ। ਸਾਨੂੰ ਰੱਬ ਸਮਾਂ ਦੇਵੇ, ਜੰਗਲ ਵਿੱਚ ਜਾਵਾਂਗੇ। ਸੱਚ ਜਾਣਿਓ ਸੂਬੇ ਦੇ ਵੀ 2 ਟੁਕੜੇ ਹੋਏ ਸਨ। ਪੁੱਛਿਆ ਜੇ ਹਾਰ ਗਏ? ਕਹਿਣ ਲੱਗੇ ਪਲਟ ਕੇ ਫਿਰ ਆਵਾਂਗੇ। ਉਸਨੇ ਕਿਹਾ ਕਿੰਨੀ ਕੁ ਦੇਰ? ਕਹਿਣ ਲੱਗੇ ਜਿੰਨੀ ਦੇਰ ਸੂਬਾ ਖਤਮ ਨਹੀਂ ਹੋ ਜਾਂਦਾ ਤੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ, ਕਿਉਂਕਿ ਬਾਬੇ ਗਿਆਨੀ ਟੱਕਰ ਹੁਣ ਬਾਬਰ ਕਿਆਂ ਦੇ ਨਾਲ ਓਨੀ ਦੇਰ ਚੱਲਦੀ ਰਹੇਗੀ ਜਿੰਨੀ ਦੇਰ ਤੱਕ ਜ਼ੁਲਮ ਦੀ ਜੜ ਨਹੀਂ ਪੁੱਟੀ ਜਾਏਗੀ। ਆਖੋ ਸਤਨਾਮ। ਸਾਧ ਸੰਗਤ ਜੀ ਸਾਹਿਬਜ਼ਾਦਿਆਂ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਸਾਰੀ ਕਚਹਿਰੀ ਸੁਣ ਕੇ ਖਾਮੋਸ਼ ਹੋ ਗਈ। ਦੋਨੋਂ ਲਾਲ ਵਜ਼ੀਰ ਖਾਨ ਦੇ ਸਾਹਮਣੇ बोले, दोनों गुरु के लाल वापस आ गए। माता गुजरी देखती पई है कि भज के फतेह सिंह अगे दसना चाहता है कि अम्मीए अज कचहरी विच तेरे बच्चे की बोल के आए हन।
ਗੁਰੂ ਸਵਾਰਿਓ ਕਿੰਨੇ ਚਾਅ ਨਾਲ ਦੱਸਦੇ ਆ। ਕਹਿੰਦੇ ਜਿਵੇਂ ਬੱਚਾ ਸਕੂਲ ਵਿੱਚੋਂ ਚੰਗੇ ਨੰਬਰ ਲੈ ਕੇ ਆਉਂਦਾ ਹੈ ਤੇ ਮਾਂ ਕਿਤੇ ਵੀ ਹੋਵੇ ਲੱਭ ਕੇ ਕਹਿੰਦਾ ਮਾਂ ਦੇਖ ਅੱਜ ਮੈਨੂੰ ਇੰਨੇ ਨੰਬਰ ਮਿਲ ਗਏ ਹਨ। ਅੱਜ ਬਾਬਾ ਫਤਿਹ ਸਿੰਘ ਨੇ ਨੀਲਾ ਬਾਣਾ ਪਹਿਨਿਆ ਹੋਇਆ ਸੀ, ਦੌੜ ਕੇ ਨਿੱਕੇ ਨਿੱਕੇ ਕਦਮਾਂ ਨਾਲ ਪੌੜੀਆਂ ਉੱਪਰ ਚੜੇ, ਪੌੜੀਆਂ ਉੱਪਰ ਖਲੋ ਕੇ ਆਵਾਜ਼ ਦਿੱਤੀ, ਮਾਂ ਅੱਜ ਤੇਰੇ ਪੁੱਤਰ ਦੀ ਪੱਗ ਨੂੰ ਉੱਚਾ ਕਰਕੇ ਆਇਆ, ਆਖੋ ਸਤਨਾਮ। ਫਤਿਹ ਸਿੰਘ ਨੇ ਇੱਕ ਇੱਕ ਗੱਲ ਸੁਣਾਈ। ਹੁਣ ਦੂਜਾ ਦਿਨ ਚੜਿਆ, ਰਾਤ ਫਿਰ ਸਮਝਾਇਆ, ਪੁੱਤਰ ਜੀ ਸਿਦਕ ਨਾ ਡੋਲਣ ਦਿਓ। ਦੂਜਾ ਦਿਨ ਚੜਿਆ ਤੇ ਪਰਤ ਕੇ ਫਿਰ ਪੇਸ਼ੀ ਹੋਈ। ਇਸ ਪੇਸ਼ੀ ਵਿੱਚ ਵਜ਼ੀਰ ਖਾਨ ਨੇ ਫਿਰ ਤਰਲੇ ਮਿੰਨਤਾਂ ਕੀਤੀਆਂ, ਡਰਾਵੇ ਦਿੱਤੇ, ਇੱਥੋਂ ਤੱਕ ਕਿਹਾ ਸੀ ਕਿ ਇਸਲਾਮ ਕਬੂਲ ਕਰਾਓ, ਤੁਹਾਨੂੰ ਹੂਰਾਂ ਮਿਲਣਗੀਆਂ, ਰਾਜ ਭਾਗ ਮਿਲਣਗੇ। ਤਾਂ ਬਾਬਿਆਂ ਦਾ ਉੱਤਰ ਸੀ ਕਿ ਸਾਨੂੰ ਇਹ ਲਿਖ ਕੇ ਦੇ ਦੇ ਕਿ ਮੌਤ ਕਦੀ ਨਹੀਂ ਆਵੇਗੀ, ਆਖੋ ਸਤਨਾਮ। ਕਹਿਣ ਲੱਗੇ ਮੌਤ ਤਾਂ ਫਿਰ ਵੀ ਆਵੇਗੀ, ਜੇ 70 ਸਾਲ ਅੰਨ ਗੰਦਿਆਂ ਕਰਕੇ ਮਰਨਾ ਹੈ ਤਾਂ 7 ਸਾਲ ਦੀ ਉਮਰ ਵਿੱਚ ਅਣਖ ਨਾਲ ਮਰਨ ਨੂੰ ਪਹਿਲ ਦੇਵਾਂਗੇ। 70 ਸਾਲ ਦੀ ਬੁਝਦਿਲੀ ਦੀ ਜ਼ਿੰਦਗੀ ਜਿਉਣ ਨਾਲੋਂ ਆ 7 ਸਾਲ ਦੀ ਉਮਰੇ ਮਰਨਾ ਸਾਡੇ ਲਈ ਬਿਹਤਰ, ਆਖੋ ਸਤਨਾਮ। ਉਸ ਵੇਲੇ ਸੂਬੇ ਸਰਹੰਦ ਖਾਨ ਨੇ ਕਿਹਾ, ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ? ਦੇਖੋ ਦੁਨੀਆ ਵਿੱਚ ਹਰ ਥਾਂ ਤੇ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ। ਕੇਵਲ ਗੁਰੂ ਨਾਨਕ ਦੇ ਘਰ ਵਿੱਚੋਂ ਹੀ ਆਵਾਜ਼ ਆਉਂਦੀ ਹੈ ਕਿ ਮੌਤ ਆਵੇ ਤਾਂ ਮਰਨਾ ਕਿਵੇਂ, ਆਖੋ ਸਤਨਾਮ। ਗੁਰੂ ਨਾਨਕ ਦੇ ਦਰ ਤੋਂ ਹੀ ਪਹਿਲਾਂ ਮਰਨ ਦੀ ਗੱਲ ਕੀਤੀ ਹੈ। ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਨੇ, ਪਹਿਲਾ ਮਰਨ ਕਬੂਲ ਕਰ, जीवन की सद आस मौसबना की रेणुका, तो आओ हमारे पास पढ़ो प्रेम दे नाल। महाराज ने जिउण दी आस तां पहले ही मुकाई है, कहंदे ओ मरना कबूल लै, जीवन दियां सद दे आसां, मरना कबूल लै। जीवन दियां सद मरना
ਗੁਰੂ ਨਾਨਕ ਦੇ ਦਰ ਤੇ ਤਾਂ ਪਹਿਲਾਂ ਹੀ ਕਹਿਤਾ, ਪਹਿਲਾ ਮਰਨ ਕਬੂਲ ਕਰ ਜੀਵਨ ਕੀ। ਜੇ ਕਹਿੰਦੇ ਭਾਈ ਗੁਰੂ ਦੇ ਨਾਲ ਪ੍ਰੇਮ ਬਣਾਉਣਾ ਹੈ, ਗੁਰੂ ਦਾ ਸਿੱਖ ਬਣਨਾ ਹੈ, ਤਾਂ ਕਹਿੰਦੇ ਪਹਿਲਾਂ ਮਰਨਾ ਹੈ, ਮਰਨਾ। ਹੁਣ ਸਾਹਿਬਜ਼ਾਦੇ ਕਹਿ ਰਹੇ ਨੇ ਕਿ ਸਾਨੂੰ ਮਰਨਾ ਤੋਂ ਡਰ ਨਹੀਂ। ਮਰਨਾ ਤਾਂ ਸਾਡੇ ਬਾਬੇ ਨਾਨਕ ਨੇ ਪਹਿਲਾਂ ਹੀ ਸਿਖਾਇਆ ਹੈ। ਤੇ ਗੁਰੂ ਸਵਾਰਿਓ, ਹੁਣ ਬਾਬਾ ਫਤਿਹ ਸਿੰਘ ਕਹਿੰਦਾ ਹੈ ਕਿ ਭਾਈ ਉਹ ਸੁਬਿਆ ਸਾਨੂੰ ਮੌਤ ਦਾ ਡਰਾਵਾ ਨਾ ਦੇ, ਆਖੋ ਸਤਨਾਮ। ਤੇ ਗੁਰੂ ਪਿਆਰਿਓ, ਗੁਰਬਾਣੀ ਦੇ ਆਧਾਰ ਤੇ ਜੇ ਗੁਰਬਾਣੀ ਨੂੰ ਪੜ੍ਹਿਆ, ਗੁਰਬਾਣੀ ਨੂੰ ਸਿੱਖਿਆ। ਹੁਣ ਇਹ ਗੱਲਾਂ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਸਾਧ ਸੰਗਤ ਜੀ, ਇਹ ਗੱਲਾਂ ਸੂਬੇ ਦੇ ਕਚਹਿਰੀ ਵਿੱਚ ਇੰਨੀ ਹਿੰਮਤ ਨਾਲ ਕਿਵੇਂ ਬੋਲੇ? ਆਪਾਂ ਕਹੀਏ ਜੀ ਉਹ ਗੁਰੂ ਪੁੱਤਰ ਸੀ, ਸਾਰਿਆਂ ਦੇ ਜਾਣਨ ਦੇ ਵਿੱਚ ਆਉਂਦਾ ਹੈ ਵੀ ਉਹ ਗੁਰੂ ਪੁੱਤਰ ਸੀ। ਹੁਣ ਗੁਰੂ ਪੁੱਤਰ ਤਾਂ ਬਾਬੇ ਨਾਨਕ ਦਾ ਪੁੱਤਰ ਵੀ ਸੀ ਨਹੀਂ ਜਾਂਦਾ, ਆਖੋ ਸਤਨਾਮ। ਉਹ ਨਹੀਂ ਮੰਨਿਆ। ਗੁਰੂ ਪੁੱਤਰ ਦਾ ਬਿਰਥੀ ਚੰਦ ਵੀ ਸੀ, ਉਹ ਵੀ ਨਹੀਂ ਮੰਨਿਆ। ਇੱਥੇ ਗੁਰੂ ਪੁੱਤਰ ਦੀ ਗੱਲ ਨਹੀਂ, ਇੱਥੇ ਗੁਰੂ ਦੀਆਂ ਦਿੱਤੀਆਂ ਗੁਰਬਾਣੀ ਦੀਆਂ ਲੋੜਾਂ ਤੇ ਰਮਜਾਂ ਸੀ, ਆਖੋ ਸਤਨਾਮ। ਦਾਦੀ ਮਾਂ ਆਪਣੇ ਪੋਤਰਿਆਂ ਨੂੰ ਜਦੋਂ ਵੀ ਗੱਲ ਵਕੜੀ ਵਿੱਚ ਲੈਂਦੀ, ਜਦੋਂ ਵੀ ਖੜਾਉਂਦੀ, ਖੇਡ ਖੇਡ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਦੀ ਇਹ ਜੀ ਗੂੜੀ ਰੰਗਤ ਦਿੰਦੀ ਸੀ। ਅੱਜ ਉਸ ਗੂੜੀ ਰੰਗਤ ਦਾ ਰੰਗ ਦੇਖੋ। 5 ਸਾਲ ਦਾ ਬੱਚਾ ਸੰਗਤ ਦੇ ਵਿੱਚ ਖੜਾ ਕਰੋ ਤੇ 7 ਸਾਲ ਦਾ ਦੇਖੋ ਤੁਸੀਂ, ਇੰਨੀ ਕੁ ਉਮਰ ਹੈ 5 ਸਾਲ ਦੀ ਤੇ 7 ਸਾਲ ਦੀ, ਛੋਟੇ ਛੋਟੇ ਨੇ। ਤੇ ਗੁਰੂ ਸਵਾਰਿਓ, ਆਪਣੇ ਨਿਆਣਿਆਂ ਨੂੰ ਤਾਂ ਹਜੇ ਹੱਥ ਪੈਰ ਧੋਣ ਦੀ ਇੰਨੀ ਸੋਝੀ ਨਹੀਂ, ਪਰ ਗੁਰੂ ਕੇ ਪਿਆਰੇ ਸਾਹਿਬਜ਼ਾਦਿਆਂ ਦਾ ਜੀਵਨ ਹੀ ਪਹਿਲੇ ਪਲਾਂ ਤੋਂ ਦਾਦੀ ਮਾਂ ਲੋਰੀਆਂ ਦਿੰਦੀ। ਤੇ ਗੁਰੂ ਸਵਾਰਿਓ ਨੋਟ ਕਰੋ, ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਮਾਤਾ ਜੀਤੋਂ ਜੀ ਸੀ, ਜਿਹੜੀ ਬਚਪਨ ਦੇ ਵਿੱਚ ਹੀ ਸਤਿਗੁਰਾਂ ਨੇ ਉਹ ਭਾਣਾ ਉਹ ਦਿਖਾ ਦਿੱਤਾ ਸੀ। ਪਹਿਲੇ ਵੇਖ ਲਿਆ ਸੀ ਸੀਨ, ਕਹਿੰਦੇ ਮਹਾਰਾਜ ਮੈਥੋਂ ਨਹੀਂ ਦੇਖਿਆ ਜਾਣਾ, ਮਹਾਰਾਜ ਮੈਨੂੰ ਇਹ ਪਰਿਵਾਰ ਵਿਛੜਨ ਦਾ ਦੁਖਾਂਤ ਭਾਣਾ ਵਾਪਰ ਤੋਂ ਪਹਿਲਾਂ ਹੀ ਸੱਚਖੰਡ ਜਾਣ ਦੀ ਆਗਿਆ ਦੇ ਦਿਓ, ਆਖੋ ਸਤਨਾਮ। ਤੇ ਇਹ ਜ਼ਿੰਮੇਵਾਰੀ ਦਾਦੀ ਮਾਂ ਗੁਜਰ ਕੌਰ ਦੇ ਜਿੰਮੇ ਲਾ ਗਈ ਸੀ। ਕੱਲੀ ਦਾਦੀ ਮਾਂ ਨੇ ਦਾਦੀ ਵਾਲਾ ਫਰਜ਼ ਨਹੀਂ, ਮਾਂ ਵਾਲਾ ਵੀ ਫਰਜ਼ ਨਿਭਾਇਆ ਸੀ। ਅੱਜ ਕੱਲ ਦੀਆਂ ਮਾਵਾਂ ਆਪਣੇ ਬੱਚਿਆਂ ਦੇ ਮਾਂ ਵਾਲਾ ਫਰਜ਼ ਨਿਭਾਉਂਦੀਆਂ ਨੇ ਭਾਈ। ਉਹ ਪਰਸੋਂ ਚੌਥੇ ਆਏ ਸੀ ਨਾ ਪ੍ਰਚਾਰ, ਕਿਤੇ ਉਹ ਕਹਿੰਦੇ ਸੀਗੇ ਜਿਹੜੀਆਂ ਚੁੰਨੀਆਂ ਸਾਧ ਸੰਗਤ ਜੀ ਆ ਕੇਸਾਂ ਦੀ ਦਾਤ, ਅੱਜ ਬੱਚੇ ਆਪਣੀਆਂ ਕੁਛੜਾਂ ਦੇ ਵਿੱਚ ਲੈ ਕੇ ਖੁਸ਼ ਹਾਂ, ਘਰ ਦੇ ਵਿੱਚ ਆਨੰਦ ਹੈ। ਅਰਦਾਸ ਦੇ ਵਿੱਚ ਵੀ ਕਹਿੰਦੇ ਆ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮਿਕ ਸੀਸ ਦਿੱਤੇ, ਬਾਂਦਰਾਂ ਦੇ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜਿਹੜੇ ਜਿਨ੍ਹਾਂ ਬੀਬੀਆਂ ਭੈਣਾਂ ਨੇ ਮੀਰ ਮਨੂ ਦੀ ਜੇਲ੍ਹ ਅੰਦਰ ਦੇ ਸਵਾ ਮਨ ਮਨ ਗਿੱਲੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਪਿਆਲਾ ਪਾਣੀ ਦਾ ਭਰ ਕੇ ਛੋਟਾ ਜਿਹਾ ਘੁੱਟ ਘੁੱਟ ਪਾਣੀ ਤੇ ਗੁਜ਼ਾਰਾ ਕੀਤਾ, ਤੇ ਬੱਚਿਆਂ ਦੇ ਆਂਦਰਾਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਏ। ਉਹ ਉਹਨਾਂ ਦੀ ਬਦੌਲਤ ਦੀ, ਆਖੋ ਸਤਨਾਮ। ਅੱਜ ਅਸੀਂ ਕੇਸ ਹੈ ਜਿਹੜੇ, ਇਹ ਕਿਤੇ ਇਹਨਾਂ ਸਿਰਾਂ ਦਾ ਮੁੱਲ ਪੈਂਦਾ ਹੁੰਦਾ ਸੀ ਗੁਰੂ ਪਿਆਰੇ। ਜਿਹੜਾ ਕਹਿੰਦੇ ਸਿੱਖ ਦਾ ਕੋਈ ਨਾਂ ਦੱਸ ਦਿੰਦਾ ਸੀ ਵੀ ਫਲਾਨੀ ਥਾਂ ਨੂੰ 10 ਰੁਪਈਏ, ਜਿਹੜਾ ਕੋਈ ਸਿੱਖ ਦਾ ਸਾਧ ਸੰਗਤ ਜੀ ਐਂ ਦੱਸ ਦਿੰਦਾ ਵੀ
ਉਹ ਫਲਾਣੇ ਥਾਂ ਰਹਿ ਜਾਂਦਾ ਹੈ, ਰਾਹ ਵੀ ਕੋਈ ਦੱਸ ਦਿੰਦਾ 10 ਰੁਪਏ, ਪੱਕੀ ਥਾਂ ਦੱਸ ਦਿੰਦਾ ਸੀ 20 ਰੁਪਏ, ਤੇ ਜਿਹੜਾ ਸਿੱਖ ਦਾ ਸਿਰ ਕੋਈ ਵੱਢ ਕੇ ਲਿਆ ਦਿੰਦਾ ਸੀ ਉਹਨੂੰ 50 ਰੁਪਏ ਇਨਾਮ ਦਿੰਦੇ ਸੀ। ਆਖੋ ਸਤਨਾਮ। ਆ ਸਿਰਾਂ ਦਾ ਮੁੱਲ ਪੈਂਦਾ ਸੀ। ਅੱਜ ਨਾਈ ਨੂੰ 50 ਰੁਪਏ ਦੇ ਕੇ ਅਸੀਂ ਸਿਰਾਂ ਦੇ ਵਾਲ ਕਤਰਾਉਣੇ। ਆਖੋ ਸਤਨਾਮ। ਅੱਜ ਉਲਟ ਹੋ ਰਿਹਾ, ਅੱਜ ਉਲਟ ਹੋ ਰਿਹਾ ਗੁਰੂ ਪਿਆਰਿਓ। ਤੇ ਸਾਧ ਸੰਗਤ ਜੀ ਆਮ ਦੇਖਣ ਨੂੰ ਮਿਲਦਾ ਸਾਡੇ ਸਿਰਾਂ ਦੇ ਬਾਰੇ ਕੇਸ ਅੱਜ ਮੁੱਲ ਹਜ਼ਾਰਾਂ ਰੁਪਈਆਂ ਦੇ ਕਿਲੋ ਵਿਕਦੇ ਗੁਰੂ ਪਿਆਰਿਓ। ਤੇ ਅੱਜ ਜੇ ਇਕੱਲੇ ਵਾਲ ਸਾਡੇ ਹਜ਼ਾਰਾਂ ਦੇ ਮੁੱਲ ਵਿਕਦੇ ਤੇ ਸਿਰ ਦਾ ਮੁੱਲ ਲਾ ਲਿਓ ਕਿਹੜੇ ਹਿਸਾਬ ਨਾਲ ਪੈਂਦਾ ਹੋਵੇਗਾ। ਆਖੋ ਸਤਨਾਮ। ਇਹ ਐਵੇਂ ਸੌਖੇ ਨਹੀਂ ਮਿਲੇ, ਇਹ ਬੜੇ ਔਖਿਆਈ ਦੇ ਨਾਲ ਮਿਲਿਆ ਹੈ। ਸੋ ਗੁਰੂ ਸਵਾਰਿਓ ਆਪਣੇ ਬੱਚਿਆਂ ਦੇ ਵਿੱਚ ਆਪਣੇ ਬੱਚੇ ਕਰਕੇ ਵੀ ਸਤਿਗੁਰੂ ਜੀ ਕੇ ਲਾਲ ਕਰਕੇ ਦੇਖਣ ਦਾ ਯਤਨ ਕਰਿਆ ਕਰੋ ਗੁਰੂ ਪਿਆਰੇ। ਆ ਗੁਰੂ ਦਾ ਜਿਹੜਾ ਇਤਿਹਾਸ ਸੁਣਾਇਆ ਨਾ, ਜਿਹੜਾ 21 ਤਰੀਕ ਤੋਂ ਅੱਜ 26 ਹੋ ਗਈ ਤੇ ਸਵੇਰੇ ਸ਼ਹੀਦੀਆਂ ਦਾ ਦਿਨ ਹੈ। ਸਹਿਜਪਾਠ ਪ੍ਰਕਾਸ਼ ਨੇ ਸੰਪੂਰਨ ਜਾਪ ਹੋ ਚੁੱਕੇ ਨੇ, ਸਵੇਰੇ ਭੋਗ ਪਾਵਾਂਗੇ ਤੇ 9:15 ਵਜੇ ਭੋਗ ਸ਼ੁਰੂ ਕਰ ਦਿਆਂਗੇ ਤੇ 9:30 ਪੌਣੇ 9 ਵਜੇ ਤੋਂ ਲੈ ਕੇ ਤੇ ਸਾਧ ਸੰਗਤ ਜੀ ਫਿਰ 10:30 ਵਜੇ ਤੱਕ ਸਮਾਪਤੀ ਕਰਾਂਗੇ। ਅਰਦਾਸ ਬੇਨਤੀ ਹੁੰਦਿਆਂ ਹੋਇਆਂ ਹੁਕਮਨਾਮੇ ਲੈਂਦਿਆਂ ਪੌਣੇ 11 ਵਜੇ ਫਿਰ ਆਪਾਂ ਪੂਰੇ 10 ਮਿੰਟ ਪੌਣੇ 11 ਵਜੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਜਿਣ ਕੇ ਸ਼ਹੀਦ ਕੀਤਾ ਗਿਆ ਸੀ। ਅਕਾਲ ਤਖਤ ਤੋਂ ਵੀ ਹੁਕਮਨਾਮਾ ਜਾਰੀ ਹੋਇਆ। ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਸਮੁੱਚੇ ਸਿੱਖ ਪੰਥ ਨੂੰ ਕਿ ਭਾਈ 27 ਤਰੀਕ ਨੂੰ ਦਿਨ ਦੇ ਪੌਣੇ 11 ਵਜੇ ਸਵੇਰ ਦੇ ਜਦੋਂ ਪੌਣੇ 11 ਹੋ ਗਏ ਉਦੋਂ ਹੀ ਜੋ ਵੀ ਕੰਮਕਾਰ ਛੱਡ ਕੇ ਕਰ ਰਹੇ ਹੋ ਛੱਡ ਕੇ 10 ਮਿੰਟ ਸਿਮਰਨ ਦੇ ਵਿੱਚ ਉਹਨਾਂ ਲਾਲਾਂ ਦੀ ਯਾਦ ਦੇ ਵਿੱਚ ਹਾਜ਼ਰੀ ਭਰਨੀ ਹੈ। ਇਹ ਆਪਾਂ ਵੀ ਸਾਰਿਆਂ ਨੇ ਭਰਨੀ ਹੈ। ਟਾਈਮ ਪੌਣੇ 11 ਦਾ ਹੈ। ਕਥਾ ਕੀਰਤਨ ਦੇ ਵਿੱਚ ਜੋ ਵੀ ਭਾਈ ਮਾਈ ਭਾਈ ਆ ਸਕਦਾ ਜ਼ਰੂਰ ਬੈਠਿਓ, ਪਰ ਅਰਦਾਸ ਦੇ ਵਿੱਚ ਸਾਰੇ ਸ਼ਾਮਲ ਹੋਇਓ। ਜਿੰਨੇ ਵੀ ਹੋ ਮਾਈ ਭਾਈ, ਕੀਰਤਨ ਦੇ ਵਿੱਚ ਨਾ ਆਇਆ ਜਾਵੇ ਨਾ ਆਇਓ, ਪਰ ਅਰਦਾਸ ਵਿੱਚ 10:30 ਵਜੇ ਆ ਜਿਓ। 5-7 ਮਿੰਟ ਅਰਦਾਸ ਬੇਨਤੀ ਦੇ ਲੱਗਣਗੇ, 5-7 ਮਿੰਟ ਹੁਕਮਨਾਮੇ ਦੇ, ਇੰਨੇ ਨੂੰ ਹੋ ਜਾਣਗੇ ਪੌਣੇ 11 ਤੇ ਪੌਣੇ 11 ਵਜੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਵੇਂ ਆਪਾਂ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਜਾਪ ਕਰਦੇ ਹਾਂ ਉਵੇਂ ਹੀ ਜਾਪ ਕਰਾਂਗੇ ਗੁਰੂ ਪਿਆਰੇ। ਸਾਰੇ ਮਾਈ ਭਾਈ ਨੇ ਬੱਚਿਆਂ ਸਮੇਤ ਸਾਰੇ ਨਗਰ ਨੇ ਹਾਜ਼ਰੀ ਭਰਨੀ ਹੈ। ਜੋ ਜੋ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਆਰ ਕਰਦਾ ਹੈ ਤੇ ਵੱਡੇ ਵਾਹਿਗੁਰੂ ਜੀ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜੇ ਅੰਦਰ ਦਰਦ ਹੈ ਦੁੱਖ ਹੈ ਤਾਂ ਗੁਰੂ ਪਿਆਰੇ ਜ਼ਰੂਰ ਕੱਲ ਨੂੰ ਸਤਿਗੁਰਾਂ ਦੇ ਚਰਨਾਂ 'ਚ 10:30 ਵਜੇ ਹਾਜ਼ਰੀ ਲਵਾ ਕੇ 10 ਮਿੰਟ ਆਪਾਂ ਭਜਨ ਬੰਦਗੀ ਸਿਮਰਨ ਦੇ ਵਿੱਚ ਜੁੜ ਕੇ ਉਹਨਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦੇਵਾਂਗੇ। ਹੋਰ ਤਾਂ ਨਹੀਂ ਕੁਛ ਕਰ ਸਕਦੇ। ਬੱਚਿਆਂ ਦੇ ਕੇਸ ਹੌਲੀ ਹੌਲੀ ਰੱਖ ਸਕਦੇ ਹਾਂ। ਸਿੱਖੀ ਖੰਡੇ